ਬਿਸਮਿਲ੍ਲਾਹ ਰਹਿਮਾਨ ਰਹੀਮ। ਸੱਜਣੋਂ ਤੇ ਮਿੱਤਰੋ, ਕਿਸੇ ਵੀ ਸਮਾਜ ਦੀ ਤਰੱਕੀ ਉੱਥੋਂ ਦੀ ਰਹਿਤਲ, ਬੋਲੀ ਅਤੇ ਇਲਮੀ ਤਰੀਕਿਆਂ ਨਾਲ ਜੁੜੀ ਹੁੰਦੀ ਹੈ। ਦੇਸ਼ ਪੰਜਾਬ ਹਜ਼ਾਰਾਂ ਵਰ੍ਹੇ ਪੁਰਾਣੀ ਰਹਿਤਲ ਤਾਂ ਰੱਖਦਾ ਹੈ, ਪਰ ਇਹਦੇ ਨਾਲ ਨਾਲ ਤਾਰੀਖੀ ਪਿਛੋਕੜ ਵੀ ਅਜਿਹਾ ਮਿਸਾਲੀ ਹੈ ਕਿ ਸਾਨੂੰ ਇਸ ਧਰਤੀ ਦੀ ਬੋਲੀ ਵਿੱਚ ਆਪਣੇ ਵੇਲੇ ਦੇ ਜਦੀਦ ਅਲੂਮ ਤੋਂ ਲੈ ਕੇ ਹਰ ਉਹ ਸ਼ੈ ਲੱਭ ਜਾਂਦੀ ਹੈ ਜਿਹੜੀ ਸਮਾਜ ਨੂੰ ਵੇਲੇ ਤੋਂ ਅਗਾਂਹ ਟੁਰਨ ਦੀ ਤਾਰੀਖ ਦਿੰਦੀ ਹੈ। ਬਦਕਿਸਮਤੀ ਨਾਲ ਪਿਛਲੇ 1000 ਸਾਲ ਵਿੱਚ ਜਿੱਥੇ ਬੇਗਾਨੀਆਂ ਰਹਿਤਲਾਂ ਤੋਂ ਆਏ ਹਮਲਾਵਰਾਂ ਨੇ ਇਸ ਧਰਤੀ ਦੀ ਸਕਾਫਤ ਨੂੰ ਬਰਬਾਦ ਕੀਤਾ, ਉੱਥੇ ਇਸ ਦੀ ਬੋਲੀ ਅਤੇ ਇਲਮੀ ਸਲਾਹੀ ਉੱਤੇ ਵੀ ਵਾਰ ਕੀਤਾ ਗਿਆ। ਜਿਹੜੀ ਧਰਤੀ ਦੁਨੀਆ ਦੇ ਵੱਡੇ ਗਿਆਨੀ ਅਤੇ ਇਲਮੀ ਪੱਧਰ ਉੱਤੇ ਮਹਾਨ ਮੰਨੇ ਜਾਣ ਵਾਲੇ ਨੂੰ ਸਿੱਖਿਆ ਦਿੰਦੀ ਸੀ, ਵੇਲੇ ਦੇ ਨਾਲ ਨਾਲ ਉਹ ਆਪ ਇੰਨੀ ਮੁਹਤਾਜ ਹੋ ਗਈ ਕਿ ਇਸ ਨੂੰ ਸਮਝ ਨਹੀਂ ਆ ਰਹੀ ਕਿ ਅਸੀਂ ਕਿਹੜੇ ਪਾਸੇ ਜਾਣਾ। ਮੈਂ ਪਹਿਲਾਂ ਵੀ ਕਈ ਵਾਰੀ ਗੱਲ ਕੀਤੀ ਹੈ ਕਿ ਸਾਨੂੰ ਉਰਦੂ ਸਣੇ ਵੱਖੋ ਵੱਖ ਬੋਲੀਆਂ ਦੇ ਚੱਕਰ 'ਚ ਪਾ ਕੇ ਦਾਇਰੇ ਦੇ ਸਫ਼ਰ ਦਾ ਮੁਸਾਫਰ ਬਣਾ ਦਿੱਤਾ ਗਿਆ ਹੈ। ਜਦ ਤੱਕ ਅਸੀਂ ਇਹਨਾਂ ਬਾਹਰ ਦੀ ਬੋਲੀਆਂ ਤੋਂ ਜਾਨ ਨਹੀਂ ਛੁਡਾਉਂਦੇ, ਸਾਡੀ ਤਰੱਕੀ ਦਾ ਸਫ਼ਰ ਸ਼ੁਰੂ ਹੋ ਹੀ ਨਹੀਂ ਸਕਦਾ। ਇਲਮ ਸਾਡੇ ਕੋਲ ਰਾਹਾਂ ਬਦਲ ਕੇ ਪੜਦਾ ਹੈ। ਮਤਲਬ ਪਹਿਲਾਂ ਖੋਜਕਾਰ ਅਤੇ ਆਲਮ ਅੰਗਰੇਜ਼ੀ ਵਿੱਚ ਇਲਮੀ ਕਿਤਾਬਾਂ ਲਿਖਦੇ ਨੇ, ਫਿਰ ਸਾਡੇ ਗਿਆਨੀ ਇਹਨਾਂ ਨੂੰ ਪੰਜਾਬੀ ਤਰਜਮਾ ਕਰਕੇ ਸਾਡੇ ਤੱਕ ਹੀ ਪੜ੍ਹਾਉਂਦੇ ਨੇ। ਹੁਣ ਸਾਡੇ ਮੁਤਰਜਮ ਕਿੰਨੇ ਕੁ ਕਾਬਲ ਨੇ, ਇਹਦਾ ਅੰਦਾਜ਼ਾ ਮੈਨੂੰ ਵੀ ਅਤੇ ਤੁਹਾਨੂੰ ਵੀ। ਇਸ ਕਾਰੀਗਰੀ ਵਿੱਚ ਕਿੰਨੀਆਂ ਕੰਮ ਦੀਆਂ ਗੱਲਾਂ ਆਸੇ ਪਾਸੇ ਹੋ ਜਾਂਦੀਆਂ ਨੇ ਅਤੇ ਕਿੰਨਾ ਇਲਮ ਰਾਜ ਰਹਿ ਜਾਂਦਾ ਹੈ, ਇਹ ਕੋਈ ਛੁਪੀ ਲੁਕੀ ਗੱਲ ਨਹੀਂ। ਸਾਡੀ ਬਰਬਾਦੀ ਜਾਂ ਇਲਮੀ ਹਵਾਲੇ ਨਾਲ ਕੌਮ ਦਾ ਬੇੜਾ ਗਰਕ ਕਰਨ ਦਾ ਸਿਲਸਿਲਾ ਉਸ ਦਿਨ ਤੋਂ ਸ਼ੁਰੂ ਹੋਇਆ ਜਦ ਅਸੀਂ ਅੰਗਰੇਜ਼ ਤੋਂ ਆਜ਼ਾਦੀ ਹਾਸਲ ਕਰਕੇ ਪਹਿਲਾਂ ਤਾਂ ਇੱਥੋਂ ਦੀ ਮੁਕਾਮੀ ਬੋਲੀ ਨੂੰ ਰੱਦ ਕੀਤਾ, ਉਹਨੂੰ ਜਹਾਲਤ ਅਤੇ ਗਾਲਮੰਦੀ ਜ਼ਬਾਨ ਕਰਾਰ ਦੇ ਕੇ ਲਾਮੇ ਰੱਖਦਾ, ਅਤੇ ਫਿਰ ਪੂਰੀ ਕੌਮ ਉੱਤੇ ਉਹ ਬੋਲੀ ਮੁਸੱਲਤ ਕਰਤੀ ਜਿਹਦਾ ਇਸ ਧਰਤੀ ਨਾਲ ਕੋਈ ਤਾਲੁਕ ਹੀ ਨਹੀਂ ਸੀ। ਮਤਲਬ ਇੰਪੋਰਟ ਕੀਤੀ ਹੋਈ ਬੋਲੀ ਇਸ ਕੌਮ ਦੇ ਮੁਕੱਦਰ ਹੀ ਲਿਖਤੀ ਗਈ। ਪਹਿਲੀ ਗੱਲ ਤਾਂ ਇਹ ਕਿ ਸਾਡੇ ਮੁਕਾਮੀ ਵਸਣ ਵਾਲਿਆਂ ਦੇ ਪੱਲੇ ਇਹ ਬੋਲੀ ਪੈਂਦੀ ਨਹੀਂ ਸੀ, ਕਿਉਂ ਜੇ ਉਹ ਜਿਹੜੀ ਬੋਲੀ ਵਿੱਚ ਗੱਲ ਕਰਦੇ ਸਨ ਉਹ ਇਲਮੀ ਅਤੇ ਤਖਲੀਕੀ ਹਵਾਲੇ ਨਾਲ ਉਰਦੂ ਤੋਂ ਕਿਤੇ ਜ਼ਿਆਦਾ ਵੱਡੀ ਅਤੇ ਖਿਲਾਰ ਵਾਲੀ ਸੀ। ਜੋ ਕੋਈ ਪੰਜਾਬੀ ਅਦਬ ਜਾਂ ਪੰਜਾਬੀ ਜ਼ਬਾਨ ਤਖਲੀਕ ਹੋ ਚੁੱਕਿਆ, ਉਰਦੂ ਸਰਕਾਰੀ ਸਰਪ੍ਰਸਤੀ ਦੇ ਬਾਵਜੂਦ ਉਹਦੇ 'ਚ ਤਖਲੀਕ ਅਤੇ ਦੂਰ ਦੀ ਗੱਲ ਦੂਰ ਦੂਰ ਤੱਕ ਨੇੜੇ ਵੀ ਨਹੀਂ ਆਉਂਦੀ। ਸਰਕਾਰਾਂ ਨੇ ਪੰਜਾਬੀ ਥਾਵੇਂ ਉਰਦੂ ਦੀ ਸਰਪ੍ਰਸਤੀ ਅੰਗਰੇਜ਼ ਦੌਰ ਤੋਂ ਸ਼ੁਰੂ ਕੀਤੀ। ਇਸ ਤੋਂ ਪਹਿਲਾਂ ਫਾਰਸੀ ਦਾ ਜ਼ਮਾਨਾ ਸੀ ਜਿਹਨੇ ਪੰਜਾਬੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਸਾਡੇ ਬਜ਼ੁਰਗਾਂ ਦੀ ਅਜ਼ਮਤ ਵਾਲੀ ਬੋਲੀ ਮੁਕਾਉਣ ਦਾ ਖਾਬ ਵੇਖਣ ਵਾਲੇ ਆਮ ਮਰ ਮੁੱਕ ਗਏ। ਫਿਰ ਜਦੋਂ ਅੰਗਰੇਜ਼ ਨੇ ਵੇਖਿਆ ਕਿ ਮੁਕਾਮੀ ਲੋਕਾਂ ਵਾਸਤੇ ਅੰਗਰੇਜ਼ੀ ਬੋਲਣੀ, ਸਿੱਖਣੀ, ਪੜ੍ਹਨੀ ਔਖੀ ਹੈ, ਅਤੇ ਉਹਨਾਂ ਨੇ ਉਰਦੂ ਜ਼ਬਾਨ ਸਾਹਮਣੇ ਲਿਆ ਕੇ ਇਹਦੀ ਸਰਪ੍ਰਸਤੀ ਸ਼ੁਰੂ ਕਰ ਦਿੱਤੀ। ਸਾਡੇ ਕਈ ਮੁਫੱਕਰ ਆਉਂਦੇ ਨੇ ਕਿ ਜੇਕਰ ਅੰਗਰੇਜ਼ੀ ਆਮ ਹੋ ਜਾਂਦੀ ਫਿਰ ਆਮ ਲੋਕਾਂ ਅਤੇ ਅੰਗਰੇਜ਼ਾਂ ਦੇ ਖਾਸਾਂ ਵਿੱਚ ਕੋਈ ਫਰਕ ਨਹੀਂ ਸੀ ਰਹਿਣਾ। ਸੋ ਅੰਗਰੇਜ਼ੀ ਉਸ ਅਸ਼ਰਾਫੀਅਤ ਤੱਕ ਮਹਦੂਦ ਰੱਖੀ ਗਈ ਜਿਹਨੇ ਬਰਾਹ ਰਾਸਤ ਅੰਗਰੇਜ਼ ਦੀ ਗੁਲਾਮੀ ਕਰਨੀ ਸੀ, ਅਤੇ ਉਸ ਲੋਅਰ ਮਿਡਲ ਕਲਾਸ ਨੂੰ ਉਰਦੂ ਜਾਂ ਲੋਅਰ ਮਿਡਲ ਕਲਾਸ ਦਾ ਮੁਕੱਦਰ ਉਰਦੂ ਬਣਾ ਦਿੱਤਾ ਗਿਆ, ਜਿਹਨੇ ਉਹਨਾਂ ਗੁਲਾਮਾਂ ਦਾ ਗੁਲਾਮ ਹੋ ਕੇ ਕਲਰਕੀ ਦੀਆਂ ਨੌਕਰੀਆਂ ਕਰਕੇ ਆਪਣੇ ਆਪ ਨੂੰ ਰੂਹਾਨੀ ਤੌਰ 'ਤੇ ਗੋਰਾ ਸਾਹਿਬ ਨਾਲ ਜੋੜਨ 'ਚ ਫਖਰ ਮਹਿਸੂਸ ਕਰਦਾ ਸੀ। ਜ਼ਾਹਰ ਹੈ ਜਦੋਂ ਰੋਜ਼ਗਾਰ ਅਤੇ ਸਰਕਾਰ ਦਰਬਾਰ ਦੀ ਬੋਲੀ ਨਹੀਂ ਹੋਵੇਗੀ ਅਤੇ ਫਿਰ ਉਹਦੀ ਤਰੱਕੀ ਦਾ ਰਾਹ ਕੌਣ ਲੱਭ ਸਕਦਾ ਹੈ। ਪੰਜਾਬੀ ਬੋਲਣ ਨਾਲ ਇਹੋ ਹੋਇਆ, ਅਤੇ ਅੱਜ ਵੀ ਇੰਝ ਹੀ ਹੋ ਰਿਹਾ ਹੈ। ਨਾ ਤੁਸੀਂ ਸਕੂਲਾਂ ਕਾਲਜਾਂ ਵਿੱਚ ਪੰਜਾਬੀ ਪੜ੍ਹ ਸਕਦੇ ਹੋ, ਨਾ ਪੰਜਾਬੀ ਪੜ੍ਹ ਕੇ ਤੁਹਾਨੂੰ ਰੋਜ਼ਗਾਰ ਲੱਭ ਸਕਦਾ ਹੈ, ਅਤੇ ਨਾ ਹੀ ਥਾਣੇ ਕਚਹਿਰੀ ਵਿੱਚ ਤੁਸੀਂ ਪੰਜਾਬੀ ਬੋਲ ਕੇ ਆਪਣਾ ਮੁਕੱਦਮਾ ਲੜ ਸਕਦੇ ਹੋ। ਅੱਜ ਤਾਂ ਫਿਰ ਵੀ ਹਾਲਾਤ ਤਬਦੀਲ ਹੋ ਰਹੇ ਨੇ, ਪਰ 90 ਦੀ ਦਹਾਈ ਤੱਕ ਤੇ ਪੰਜਾਬੀ ਬੋਲਣ ਵਾਲੇ ਨੂੰ ਜ਼ਾਹਰ ਸਮਝਣ ਦੇ ਨਾਲ ਨਾਲ ਸਮਾਜ ਦਾ ਦੁਸ਼ਮਣ ਵੀ ਖਿਆਲ ਕੀਤਾ ਜਾਂਦਾ ਸੀ। ਜ਼ਿਆ ਵਕਤ ਦੌਰ ਵਿੱਚ ਸਾਡੇ ਉੱਤੇ ਇੱਕ ਅਜਿਹੀ ਸਕਾਫਤ ਮੁਸੱਲਤ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਹਦਾ ਨਾ ਤਾਂ ਹਕੀਕਤ ਨਾਲ ਕੋਈ ਤਾਲੁਕ ਸੀ ਅਤੇ ਨਾ ਹੀ ਇਸ ਧਰਤੀ ਨਾਲ ਉਹਦੀ ਕੋਈ ਜੁੜਤ ਸੀ। ਸਾਡੇ ਬਾਬਿਆਂ ਦਾ ਤਸੱਵੁਫ ਇੱਕ ਪਾਸੇ ਕਰਕੇ ਇੱਕ ਮਸਨੂਈ ਤਸੱਵੁਫ ਦੀ ਮਾਰਕੀਟਿੰਗ ਕੀਤੀ ਗਈ, ਜਿਹਦੇ ਵਿੱਚ ਸਾਡੇ ਉਸ ਵੇਲੇ ਦੇ ਕਈ ਅਦੀਬਾਂ ਨੇ ਵੀ ਹਿੱਸਾ ਪਾਇਆ। ਬਹਰਹਾਲ ਪੰਜਾਬੀ ਬੋਲੀ ਇਹਨਾਂ ਦੁਸ਼ਮਣਾਂ ਦੇ ਹੱਥੋਂ ਖਤਮ ਨਾ ਹੋਈ, ਅਤੇ ਅੱਜ ਵੀ ਆਪਣੀ ਬਕਾ ਦੀ ਜੰਗ ਲੜਦਿਆਂ ਲੜਦਿਆਂ ਉਸ ਮੁਕਾਮ ਉੱਤੇ ਅੱਪੜ ਗਈ ਹੈ ਜਿੱਥੋਂ ਇਹਦੇ ਲਈ ਬਿਹਤਰੀ ਦੀ ਰਾਹ ਨਿਕਲਣ ਦੀ ਆਸ ਮੌਜੂਦ ਹੈ। ਸੱਜਣੋਂ ਅਤੇ ਮਿੱਤਰੋ,
ਅਸੀਂ 1000 ਵਰੇ ਦਾ ਖਸਾਰੇ ਵਾਲਾ ਪੰਥ ਇੱਕਦਮ ਨਹੀਂ ਮੁਕਾ ਸਕਦੇ, ਪਰ ਇਹ ਜ਼ਰੂਰ ਕਰ ਸਕਦੇ ਹਾਂ ਕਿ ਆਪਣੀ ਨਵੀਂ ਪੀੜ੍ਹੀ ਨੂੰ ਰੇਤਲ ਨਾਲ ਜੋੜਦਿਆਂ ਹੋਇਆਂ ਅਜਿਹੀ ਤਰੱਕੀ ਦਾ ਰਾਹ ਵਿਖਾਇਆ ਜਾਏ ਜਿੱਥੇ ਉਹਦਾ ਮੁਸਤਕਬਲ ਤਰੱਕੀ ਯਾਫਤਾ ਮੁਲਕਾਂ ਦੇ ਭੰਡਾਰਾਂ ਦੇ ਨਾਲ ਹੋਵੇ। ਮਤਲਬ ਇਹ ਕਿ ਜੇਕਰ ਤੁਸੀਂ ਚਾਹੁੰਦੇ ਹੋ ਕਿ ਸਾਡੇ ਬੱਚੀਆਂ ਤਰੱਕੀ ਦੀ ਰਾਹ ਪੈਣ, ਉਹਨਾਂ ਦਾ ਮੁਸਤਕਬਲ ਮਹਿਫੂਜ਼ ਹੋਵੇ, ਫਿਰ ਉਹਨਾਂ ਨੂੰ ਕਮ ਅਜ਼ ਕਮ ਇਹ ਉਰਦੂ ਵਾਲਾ ਟਕੌਸਲਾ ਨਹੀਂ ਪੁੱਟਣਾ ਚਾਹੀਦਾ। ਉਹਨਾਂ ਦੀ ਉਰਦੂ ਤੋਂ ਜਾਨ ਛੁਡਾਓ, ਇੱਕ ਇਖਤਿਆਰੀ ਮਜ਼ਮੂਨ ਦੇ ਤੌਰ 'ਤੇ ਜ਼ਰੂਰ ਪੜ੍ਹਾਓ, ਕਿਉਂਕਿ ਫਿਲਹਾਲ ਇਹ ਸਾਡੇ ਰਾਬਤੇ ਦੀ ਬੋਲੀ ਹੈ, ਪਰ ਮੁਸਤਕਿਲ ਬੁਨਿਆਦਾਂ ਉੱਤੇ ਇਸ ਮਜ਼ਮੂਨ ਨੂੰ ਕੌਮ ਦੇ ਬਾਲਾਂ ਉੱਤੇ ਮੁਸਲਤ ਨਾ ਕੀਤਾ ਜਾਏ। ਆਪਣੇ ਬੱਚਿਆਂ ਨੂੰ ਪੰਜਾਬੀ ਵਿੱਚ ਜ਼ਰੂਰ ਤਾਲੀਮ ਦਿੱਤੀ ਜਾਏ, ਕਿਉਂ ਜੇ ਸਾਡੀ ਹਜ਼ਾਰਾਂ ਵਰੇ ਪੁਰਾਣੀ ਰੇਤਲ ਦੀ ਅਲਾਮਤ ਹੈ। ਪੰਜਾਬੀ ਮਜ਼ਮੂਨ ਲਾਜ਼ਮੀ ਪੜ੍ਹਾਇਆ ਜਾਏ ਅਤੇ ਇਹਦੇ ਨਾਲ ਨਾਲ ਬਾਕੀ ਸਾਰੇ ਮਜ਼ਾਮੀਨ ਅੰਗਰੇਜ਼ੀ ਰਾਹੀਂ ਉਸ ਨਿਸਾਬ ਦੇ ਮਿਆਰ ਉੱਤੇ ਪੂਰੇ ਉਤਰਨ ਜਿਹੜਾ ਯੂਰਪ ਜਾਂ ਤਰੱਕੀ ਯਾਫਤਾ ਮੁਲਕਾਂ ਦੇ ਸਕੂਲਾਂ ਦਾ ਨਿਸਾਬ ਹੈ। ਪੰਜਾਬੀ ਕਲਚਰ ਨੂੰ ਹਰ ਸਕੂਲ ਵਿੱਚ ਲਾਜ਼ਮੀ ਪੜ੍ਹਾਇਆ ਜਾਏ, ਬਾਲਾਂ ਨੂੰ ਆਪਣੀ ਬੋਲੀ ਵਿੱਚ ਗੱਲ ਕਰਨ ਦੀ ਤਰਗੀਬ ਦਿੱਤੀ ਜਾਏ, ਆਪਣੇ ਪਿਛੋਕੜ ਦਾ ਜਾਣੂ ਬਣਾਇਆ ਜਾਏ ਅਤੇ ਉਹਨਾਂ ਨੂੰ ਇਹ ਤਹਿਰੀਕ ਦਿੱਤੀ ਜਾਏ ਕਿ ਆਪਣੇ ਕਲਚਰ ਉੱਤੇ ਖੋਜ ਪਰਖ ਦਾ ਕੰਮ ਕਰਕੇ ਆਪਣੀ ਹੋਂਦ ਨਾਲ ਜੁੜੇ ਰਹਿਣ। ਮੈਂ ਇਸ ਗੱਲ ਦੀ ਹਮੇਸ਼ਾ ਤਾਇਦ ਕੀਤੀ ਹੈ ਕਿ ਪੰਜਾਬੀ ਬੋਲੀ ਨੂੰ ਸਕੂਲਾਂ ਕਾਲਜਾਂ ਦਾ ਲਾਜ਼ਮੀ ਹਿੱਸਾ ਬਣਾਇਆ ਜਾਏ। ਬਾਲ ਆਪਣੀ ਬੋਲੀ ਪੜ੍ਹਨ ਅਤੇ ਇਹਦੇ ਨਾਲ ਆਪਣਾ ਮੁਸਤਕਬਲ ਰੋਸ਼ਨ ਕਰਨ। ਪਰ ਜਿੱਥੋਂ ਤੱਕ ਸਾਇੰਸੀ ਰੂਮ ਦੀ ਗੱਲ ਹੈ, ਸਾਨੂੰ ਇੱਕ ਹੱਦ ਤੱਕ ਇਹ ਆਪਣੀ ਬੋਲੀ ਵਿੱਚ ਪੜ੍ਹਾਉਣੇ ਚਾਹੀਦੇ ਨੇ। ਉਸ ਮਗਰੋਂ ਸਾਡੇ ਬਾਲਾਂ ਦੀ ਸ਼ੁਰੂ ਤੋਂ ਅੰਗਰੇਜ਼ੀ ਇਸ ਕਦਰ ਬਿਹਤਰੀਨ ਹੋ ਜਾਏ ਕਿ ਉਹ ਆਲਮੀ ਸਤਹ ਉੱਤੇ ਪੜ੍ਹਾਏ ਜਾਣ ਵਾਲੇ ਅਲੂਮ ਨੂੰ ਬੋਝ ਸਮਝ ਕੇ ਨਾ ਪੜ੍ਹਨ, ਬਲਕਿ ਉਸੇ ਤਰ੍ਹਾਂ ਅੰਗਰੇਜ਼ੀ ਬੋਲੀ ਵਿੱਚ ਜਦੀਦ ਅਲੂਮ ਹਾਸਲ ਕਰਨ ਜਿਸ ਤਰ੍ਹਾਂ ਤਰੱਕੀ ਯਾਫਤਾ ਮੁਲਕਾਂ ਦੇ ਬਾਲ ਪੜ੍ਹਦੇ ਨੇ। ਮੈਂ ਵਾਜ਼ਿਹ ਕਰਦਾ ਜਾਵਾਂ ਕਿ ਇਸ ਦੇ ਨਾਲ ਨਾ ਤਾਂ ਸਾਡੀ ਬੋਲੀ ਨੂੰ ਕੋਈ ਖਤਰਾ ਹੋਵੇਗਾ ਅਤੇ ਨਾ ਹੀ ਸਾਡਾ ਕਲਚਰ ਤਬਾਹ ਹੋਵੇਗਾ, ਕਿਉਂ ਜੇ ਆਰਟਸ ਦੀ ਮੁਕੰਮਲ ਤਾਲੀਮ ਪੰਜਾਬੀ ਬੋਲੀ ਵਿੱਚ ਦਿੱਤੀ ਜਾਏ ਅਤੇ ਜਿਹੜੇ ਬਾਲ ਸਾਇੰਸੀ ਅਲੂਮ ਹਾਸਲ ਕਰਨ ਉਹਨਾਂ ਲਈ ਵੀ ਕਲਚਰ ਅਤੇ ਆਪਣੇ ਰੇਤਲ ਨਾਲ ਜੁੜਦਾ ਮਜ਼ਮੂਨ ਲਾਜ਼ਮੀ ਸ਼ਾਮਲ ਕੀਤਾ ਜਾਏ। ਮੈਂ ਜਿੰਨੇ ਵੀ ਮਾਹਿਰਾਂ ਤਾਲੀਮ ਨਾਲ ਗੱਲ ਕੀਤੀ ਹੈ, ਉਹਨਾਂ ਵਿੱਚ ਅਕਸਰੀਅਤ ਦਾ ਇਹੋ ਕਹਿਣਾ ਹੈ ਕਿ ਕੌਮਾਂ ਉਦੋਂ ਹੀ ਤਰੱਕੀ ਕਰਦੀਆਂ ਨੇ ਜਦੋਂ ਜਦੀਦ ਅਲੂਮ ਦੇ ਨਾਲ ਨਾਲ ਮੁਤਾਬਕਤ ਰੱਖਦਿਆਂ ਹੋਇਆਂ ਅੱਗੇ ਵੱਧਦੀਆਂ ਨੇ। ਬਹਰਹਾਲ ਸਾਡੇ ਐਜੂਕੇਸ਼ਨ ਦੇ ਸ਼ੋਬੇ ਨੂੰ ਇਸ ਹਵਾਲੇ ਨਾਲ ਜ਼ਰੂਰ ਕੰਮ ਕਰਨਾ ਚਾਹੀਦਾ ਹੈ। ਬਾਲਾਂ ਨੂੰ ਤਾਲੀਮ ਦੇ ਨਾਲ ਨਾਲ ਤਰਬੀਅਤ ਅਤੇ ਆਪਣੀ ਰੇਤਲ ਨਾਲ ਜੁੜਨ ਦੀ ਤਲਕੀਨ ਵੀ ਕਰਨੀ ਚਾਹੀਦੀ ਹੈ ਤਾਂ ਜੋ ਉਹਦਾ ਮੁਸਤਕਬਲ ਰੋਸ਼ਨ ਹੋਵੇ ਅਤੇ ਉਹ ਪੰਜਾਬੀ ਉੱਤੇ ਮਾਣ ਕਰਨ ਦੇ ਨਾਲ ਨਾਲ ਆਪਣੇ ਦੇਸ਼ ਅਤੇ ਧਰਤੀ ਦੀ ਸੇਵਾ ਵੀ ਕਰ ਸਕਣ। ਇਸ ਹਵਾਲੇ ਨਾਲ ਮਜ਼ੀਦ ਗੱਲਾਂ ਕਰਾਂਗੇ, ਅੱਜ ਲਈ ਇੰਨਾ ਹੀ। ਇਸ ਦੁਆ ਨਾਲ ਇਜਾਜ਼ਤ ਦਿਓ ਕਿ ਰੱਬ ਸੱਚਾ ਸਾਡੇ ਦੇਸ਼ ਉੱਤੇ ਆਪਣੀਆਂ ਰਹਿਮਤਾਂ ਅਤੇ ਨਿਅਮਤਾਂ ਦੀ ਛਾਂ ਰੱਖੇ, ਇਸ ਧਰਤੀ ਨੂੰ ਹਰ ਮੁਸੀਬਤ ਅਤੇ ਅਜ਼ਮਾਇਸ਼ ਤੋਂ ਮਹਿਫੂਜ਼ ਰੱਖੇ। ਕੱਲ੍ਹ ਫਿਰ ਮੁਲਾਕਾਤ ਹੋਏਗੀ ਅਤੇ ਕੋਈ ਨਵਾਂ ਮੌਜ਼ੂ ਜ਼ੇਰੇ ਬਾਸ ਲਿਆਵਾਂਗੇ। ਇਜਾਜ਼ਤ ਦਿਓ, ਰੱਬ ਰੱਖਾ।